ਗੁੱਡ ਮਾਰਨਿੰਗ ਬੱਚਿਓ। ਕੱਲ ਅਸੀਂ ਨਾਹਰ ਸਿੰਘ ਜੀ ਦਾ ਲਿਖਿਆ ਲੇਖ ਗਿੱਧਾ ਧਰਤੀ ਮਾਤਾ ਦੀ ਪੂਜਾ ਦਾ ਨਾਚ ਪੜ੍ਹਿਆ, ਜਿਹਦੇ ਵਿੱਚ ਅਸੀਂ ਪੜ੍ਹਿਆ ਕਿ ਗਿੱਧਾ ਪੰਜਾਬਣਾਂ ਦਾ ਰਾਸ਼ਟਰੀ ਨਾਚ ਹੈ ਅਤੇ ਬਹੁਤ ਸਾਰੇ ਐਸੇ ਪੰਜਾਬੀ ਲੋਕ ਨਾਚ ਹੈ ਜਿਹੜੇ ਕਿ ਹੁਣ ਤੱਕ ਖਤਮ ਹੋ ਚੁੱਕੇ ਹੈ, ਪਰ ਗਿੱਧਾ ਆਪਣੇ ਪਰੰਪਰਕ ਰੂਪ ਦੇ ਵਿੱਚ ਹਾਲੇ ਤੱਕ ਜੀਵਤ ਹੈ ਅਤੇ ਸਮੇਂ ਦੇ ਨਾਲ ਹਲਕੇ ਫੁਲਕੇ ਬਦਲਾਵ ਇਹਦੇ ਵਿੱਚ ਵੀ ਆਏ ਹੈ। ਜਿਵੇਂ ਕਿ ਪੇਸ਼ਕਾਰੀ ਦੇ ਵਿੱਚ ਥੋੜ੍ਹਾ ਜਿਹਾ ਫਰਕ ਪਿਆ ਹੈ ਕਿ ਇਹਦੀ ਸ਼ਕਲ ਜਿਹੜੀ ਹੈ ਉਹ ਯੂ ਦੇ ਵਿੱਚ ਹੁਣ ਜਿਹੜੀ ਪੇਸ਼ਕਾਰੀ ਹੁੰਦੀ ਹੈ। ਘੱਗਰੀ ਪਿੜ ਵੀ ਪੜ੍ਹਿਆ ਕਿ ਗੋਲ ਦਾਇਰੇ ਦੇ ਵਿੱਚ ਲੜਕੀਆਂ ਜਦੋਂ ਗਿੱਧਾ ਪਾਉਂਦੀਆਂ ਤਾਂ ਖੜ੍ਹਦੀਆਂ ਅੰਦਰ ਵਾਰ ਮੂੰਹ ਕਰਕੇ ਖੜ੍ਹਦੀਆਂ ਨੂੰ ਅਸੀਂ ਘੱਗਰੀ ਪਿੜ ਕਹਿ ਦਿੰਦੇ ਹਾਂ। ਗਿੱਧੇ ਵਿੱਚ ਨਾਟਕੀ ਅੰਸ਼ ਵੀ ਹੁੰਦੇ ਆ ਅਤੇ ਐਂਡ ਵਿੱਚ ਅਸੀਂ ਪੜ੍ਹਿਆ ਧੀਮੀ ਗਤੀ ਦਾ ਗਿੱਧਾ ਹੈ, ਉਹਦੇ ਵਿੱਚ ਟੱਪੇ ਗਾਏ ਜਾਂਦੇ ਆ ਜਿਨ੍ਹਾਂ ਵਿੱਚ ਸ਼ਬਦ ਬੱਲੇ ਬੱਲੇ ਬੋਲ ਦਿੱਤਾ ਜਾਂਦਾ ਹੈ। ਅਤੇ ਹੁਣ ਅਸੀਂ ਪੜ੍ਹਨਾ ਹੈ ਤੇਜ਼ ਗਤੀ ਵਾਲਾ ਗਿੱਧਾ। ਕੀ ਕਹਿੰਦੇ ਆ? ਤੇਜ਼ ਗਤੀ ਵਾਲਾ ਗਿੱਧਾ ਆਮ ਤੌਰ 'ਤੇ ਛੋਟੀਆਂ ਬੋਲੀਆਂ ਉੱਤੇ ਚੱਲਦਾ ਹੈ। ਨਿੱਕੀ ਬੋਲੀ ਵਿੱਚ ਤੋੜਾ ਜਲਦੀ ਜਲਦੀ ਆਉਂਦਾ ਹੈ। ਤੋੜੇ ਬਾਰੇ ਵੀ ਅਸੀਂ ਕੱਲ੍ਹ ਪੜ੍ਹਿਆ ਕਿ ਤੋੜਾ ਕੀ ਹੁੰਦਾ ਹੈ। ਜਦੋਂ ਬੋਲੀ ਪਾਈ ਜਾਂਦੀ ਹੈ ਤਾਂ ਜਿਹੜੀ ਅੰਤ ਵਾਲੀ ਤੁਕ ਹੁੰਦੀ ਹੈ ਉਹਨੂੰ ਤੋੜਾ ਕਿਹਾ ਜਾਂਦਾ ਹੈ। ਉਹਦੇ ਵਿੱਚ ਸਾਰੀਆਂ ਲੜਕੀਆਂ ਰਲ ਕੇ ਗਾਣੀ ਹੈ ਅਤੇ ਗਿੱਧਾ ਤੇਜ਼ ਹੋ ਜਾਂਦਾ ਹੈ, ਇਸੇ ਕਰਕੇ ਇਹ ਤੇਜ਼ ਗਤੀ ਵਾਲਾ ਗਿੱਧਾ ਬਣ ਜਾਂਦਾ। ਕਹਿੰਦਾ ਨਿੱਕੀ ਬੋਲੀ ਵਿੱਚ ਤੋੜਾ ਜਲਦੀ ਜਲਦੀ ਆਉਂਦਾ ਹੈ, ਜਿਸ ਨਾਲ ਗਿੱਧੇ ਦਾ ਪੂਰਾ ਜੋਸ਼ ਬਣਿਆ ਰਹਿੰਦਾ ਹੈ। ਇਹੀ ਕਾਰਨ ਹੈ ਜਿੱਥੇ ਤੀਆਂ ਦੇ ਲੰਮੇ ਸਮੇਂ 'ਤੇ ਧੀਮੀ ਗਤੀ ਵਿੱਚ ਚੱਲਣ ਵਾਲੇ ਗਿੱਧੇ ਵਿੱਚ ਲੰਮੀ ਬੋਲੀ ਦਾ ਪ੍ਰਯੋਗ ਵਧੇਰੇ ਹੁੰਦਾ ਹੈ, ਉੱਥੇ ਵਿਆਹ ਦੇ ਤੇਜ਼ ਗਿੱਧੇ ਵਿੱਚ ਨਿੱਕੀਆਂ ਬੋਲੀਆਂ ਜ਼ਿਆਦਾ ਚੱਲਦੀਆਂ ਹਨ। ਸਕੂਲਾਂ ਕਾਲਜਾਂ ਦੀਆਂ ਸਟੇਜਾਂ ਉੱਤੇ ਪੈਣ ਵਾਲਾ ਗਿੱਧਾ ਵੀ ਪ੍ਰਮੁੱਖ ਰੂਪ ਵਿੱਚ ਛੋਟੀਆਂ ਬੋਲੀਆਂ ਉੱਤੇ ਹੀ ਚੱਲਦਾ ਹੈ, ਕਿਉਂਕਿ ਥੋੜ੍ਹੇ ਜਿਹੇ ਨਿਸ਼ਚਿਤ ਸਮੇਂ ਵਿੱਚ ਵੱਧ ਨਾਚ ਝਲਕਾਂ ਛੋਟੀਆਂ ਬੋਲੀਆਂ ਨਾਲ ਹੀ ਵਿਖਾਈਆਂ ਜਾ ਸਕਦੀਆਂ ਹਨ। ਇਹਨਾਂ ਛੋਟੀਆਂ ਬੋਲੀਆਂ ਵਿੱਚ ਪਹਿਲੀ ਸਤਰ ਆਮ ਤੌਰ 'ਤੇ ਕੋਈ ਰੂੜ ਤੁਕ ਲੈ ਲਈ ਜਾਂਦੀ ਹੈ ਅਤੇ ਉਸ ਨਾਲ ਤੋੜੇ ਦਾ ਤੁਕਾਂਤ ਮਿਲ ਕੇ 2-3 ਸਤਰਾਂ ਦੁਆਰਾ ਇੱਕ ਦ੍ਰਿਸ਼ ਸਾਕਾਰ ਕਰ ਲਿਆ ਜਾਂਦਾ ਹੈ। ਇੱਥੇ ਹੁਣ ਬੋਲੀ ਦੀਆਂ ਕੁਝ ਤੁਕਾਂ ਹੈ। ਆਰ ਗਿਆ ਬਈ ਪਾਰ ਗਿਆ, ਹਾਰੀ ਨਾ ਮਲਵੈਣੇ ਗਿੱਧਾ ਹਾਰ ਗਿਆ। ਨੱਚਣ ਜਾਣਦੀ ਗਾਉਣ ਜਾਣਦੀ ਮੈਂ ਨੱਚਦੀ ਨਾ ਹਾਰੀ, ਨੀ ਉੱਧਰੋਂ ਰੁਮਾਲ ਹਿੱਲਿਆ ਮੇਰੀ ਗਿੱਧੇ 'ਚ ਉੜੇ ਫੁਲਕਾਰੀ। ਅੱਗੇ ਕੀ ਕਹਿੰਦੇ ਆ? ਗਿੱਧੇ ਦੇ ਆਰੰਭ ਅਤੇ ਅੰਤ ਸੰਬੰਧੀ ਕੋਈ ਨਿਸ਼ਚਿਤ ਬੋਲੀਆਂ ਜਾਂ ਨਿਸ਼ਚਿਤ ਨਾਚ ਅਦਾਵਾਂ ਨਹੀਂ ਹਨ। ਆਮ ਤੌਰ 'ਤੇ ਗਿੱਧੇ ਦੇ ਸਮਾਜਿਕ ਸੰਦਰਭ ਦੇ ਅਨੁਸਾਰ ਹੀ ਨਾਚ ਦਾ ਆਰੰਭ ਰੱਖਿਆ ਜਾਂਦਾ ਹੈ। ਗਿੱਧੇ ਨਾਚ ਦੀ ਪੇਸ਼ਕਾਰੀ ਪ੍ਰਮੁੱਖ ਰੂਪ ਵਿੱਚ 4 ਸਮਾਜਿਕ ਸੰਦਰਭਾਂ ਨਾਲ ਸੰਬੰਧਿਤ ਹੈ। ਕਿਹੜੇ 4 ਸੰਦਰਭ? ਤੀਆਂ ਦਾ ਤਿਉਹਾਰ, ਮੰਗਣਾ, ਵਿਆਹ, ਮੁੰਡੇ ਦੀ ਪਹਿਲੀ ਲੋਹੜੀ। ਇਸ ਤੋਂ ਬਿਨਾਂ ਵੀ ਹੋਰ ਵੀ ਬਹੁਤ ਸਾਰੇ ਮੌਕੇ ਹੈ ਜਿਨ੍ਹਾਂ ਦੇ ਉੱਤੇ ਗਿੱਧਾ ਪੈਂਦਾ, ਪਰ ਇਹ ਖਾਸ ਹੈ 4। ਫਿਰ ਕੀ ਕਹਿੰਦੇ? ਤੀਆਂ ਦਾ ਗਿੱਧਾ ਆਮ ਤੌਰ 'ਤੇ ਪਿੰਡ ਦੇ ਵਿਚਕਾਰ ਕਿਸੇ ਸਾਂਝੀ ਥਾਂ ਉੱਤੇ ਪੈਂਦਾ ਹੈ। ਤੀਜ ਦਾ ਤਿਉਹਾਰ ਆਉਂਦਿਆਂ ਹੀ ਨਵਵਿਆਹੁਤਾ ਮੁਟਿਆਰਾਂ ਆਪਣੇ ਪੇਕੇ ਆ ਜਾਂਦੀਆਂ ਹਨ। ਚਿਰਾਂ ਤੋਂ ਵਿਛੜੀਆਂ ਸਹੇਲੀਆਂ ਇੱਕ ਦੂਜੇ ਨੂੰ ਗਲੇ ਮਿਲਦੀਆਂ ਹਨ। ਭੈਣਾਂ ਤੇ ਭਰਜਾਈਆਂ ਇੱਕੋ ਪਿੜ ਵਿੱਚ ਜੁੜ ਕੇ ਗਿੱਧਾ ਪਾਉਂਦੀਆਂ ਹਨ। ਤੀਆਂ ਦੇ ਗਿੱਧੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਪਿੜ ਵਿੱਚ ਮੁਟਿਆਰਾਂ ਆਪਣੇ ਦਿਲ ਦੇ ਗੁਬਗੁਬਾਹਟ ਕੱਢਦੀਆਂ ਹਨ। ਸਮਾਜਿਕ ਦਾਬੇ ਦਾ ਸ਼ਿਕਾਰ ਔਰਤ ਗਿੱਧੇ ਦੇ ਪਿੜ ਵਿੱਚ ਬੇਬਾਕ ਹੋ ਕੇ ਪੇਸ਼ ਹੁੰਦੀ ਹੈ। ਤੀਆਂ ਦੇ ਗਿੱਧੇ ਵਿੱਚ ਔਰਤ ਦੇ ਜੀਵਨ ਦੇ ਅਨੇਕਾਂ ਸੁਖਾਂਤਕ ਤੇ ਦੁਖਾਂਤਕ ਪਹਿਲੂਆਂ ਨੂੰ ਨਾਚ ਮੁਦਰਾਵਾਂ ਵਿੱਚ ਢਾਲਿਆ ਜਾਂਦਾ ਹੈ। ਵੀਰਾਂ ਦਾ ਪਿਆਰ, ਪ੍ਰੇਮੀਆਂ ਦੀਆਂ ਮਿਲਣੀਆਂ, ਦਿਓਰਾਂ ਦਾ ਲਾਡ, ਜੇਠਾਂ ਨਾਲ ਸ਼ਰੀਕੇਬਾਜ਼ੀਆਂ, ਪਿਆਰ ਦੀਆਂ ਦੱਬੀਆਂ ਉਮੰਗਾਂ, ਜੀਵਨ ਦੇ ਅਧੂਰੇ ਰਹਿ ਗਏ ਸੁਪਨੇ, ਸਧਰਾਂ ਦੇ ਚਾਅ, ਪਰਦੇਸੀ ਗਏ ਪਤੀ ਦੇ ਵਿਰਹੜੇ, ਕੁਪੱਤੀਆਂ ਸੱਸਾਂ ਨਾਲ ਝਗੜੇ ਝੜਿਆਂ ਸਾਧਾਂ ਤੇ ਛੜਿਆਂ, ਅਮਲੀਆਂ ਦੇ ਚਰਿੱਤਰ ਆਦਿ ਬਾਰੇ ਬੋਲੀਆਂ ਹੁੰਦੀਆਂ। ਕੀ ਕਹਿੰਦੇ ਅੱਗੇ? ਤੀਆਂ ਦੇ ਗਿੱਧੇ ਦਾ ਪਿੜ ਹਰ ਮੁਟਿਆਰ ਲਈ ਗਿੱਧੇ ਦਾ ਟ੍ਰੇਨਿੰਗ ਸੈਂਟਰ ਵੀ ਹੁੰਦਾ ਹੈ। ਗਿੱਧੇ ਦੀਆਂ ਹੰਢੀਆਂ ਵਰਦੀਆਂ ਮਰੈਲਣਾ ਨਵੀਆਂ ਮੁਟਿਆਰਾਂ ਨੂੰ ਇਸੇ ਪਿੜ ਵਿੱਚ ਗਿੱਧਾ ਸਿਖਾਉਂਦੀਆਂ ਹਨ। ਤੀਆਂ ਦੇ ਗਿੱਧੇ ਵਿੱਚ ਭਾਵੇਂ ਸਾਰੀਆਂ ਮੁਟਿਆਰਾਂ ਸ਼ਾਮਲ ਹੁੰਦੀਆਂ ਹਨ, ਪਰ ਚੰਗਾ ਨੱਚਣ ਵਾਲੀਆਂ ਜਾਂ ਵਧੇਰੇ ਕਲਾਤਮਕ ਪ੍ਰਤਿਭਾ ਵਾਲੀਆਂ ਅਦਾਕਾਰਾਂ ਦੀ ਇਸ ਪਿੜ ਵਿੱਚ ਸਰਦਾਰੀ ਹੁੰਦੀ ਹੈ। ਹਰ ਪਿੰਡ ਵਿੱਚ ਗਿੱਧੇ ਦੀਆਂ ਅਜਿਹੀਆਂ ਮਰੈਲਣਾ ਦੀ ਵਿਸ਼ੇਸ਼ ਥਾਂ ਹੁੰਦੀ ਹੈ ਜਿਨ੍ਹਾਂ ਦੇ ਆਉਣ ਨਾਲ ਗਿੱਧੇ ਦਾ ਪਿੜ ਸੱਜ ਜਾਂਦਾ ਹੈ। ਅਤੇ ਇਹੋ ਜਿਹੀਆਂ ਗਿੱਧੇ ਦੀਆਂ ਸਰਦਾਰ ਕੁੜੀਆਂ ਦੇ ਲਈ ਬੋਲੀ ਹੈ। ਉੱਤੇ ਹੀਰਨੇ ਲਈ ਫੁਲਕਾਰੀ, ਕੁੜਤੀ ਖੱਦਰ ਦੀ ਪਾਈ, ਹੱਥੀਂ ਉਹਦੇ ਸਜਣ ਚੂੜੀਆਂ, ਰੰਗਲੀ ਮਹਿੰਦੀ ਲਾਈ, ਕੁੜੀਆਂ 'ਚ ਚੰਦ ਚੜ੍ਹ ਗਿਆ, ਹੀਰ ਗਿੱਧੇ ਵਿੱਚ ਆਈ, ਰੌਣਕ ਕੁੜੀਆਂ ਦੀ ਹੋ ਗਈ ਦੂਣ ਸਵਾਈ। ਗਿੱਧੇ ਦੇ ਪਿੜ ਅੰਦਰ ਜਿੱਥੇ ਵਧੀਆ ਨਾਚ ਅਦਾਕਾਰਾਂ ਨੂੰ ਮਾਣ ਮਿਲਦਾ ਹੈ, ਉੱਥੇ ਵਧੀਆ ਬੋਲੀਕਾਰਾਂ ਨੂੰ ਵੀ ਵਿਸ਼ੇਸ਼ ਮਾਨਤਾ ਦਿੱਤੀ ਜਾਂਦੀ ਹੈ। ਗਿੱਧੇ ਦੇ ਪਿੜ ਅੰਦਰ ਵਧੀਆ ਬੋਲੀਕਾਰ ਉਹੀ ਮੰਨੀ ਜਾਂਦੀ ਹੈ ਜਿਸ ਦੇ ਅੰਦਰੋਂ ਬੋਲ ਅਗੰਮੀ ਆਪ ਨਿਕਲਣ।
ਇਹੋ ਜਿਹੀਆਂ ਬੋਲੀਕਾਰਾਂ ਨੂੰ ਗਿੱਧੇ ਦੇ ਪਿੜ ਵਿੱਚ ਮਾਣ ਨਾਲ ਬੁਲਾਇਆ ਜਾਂਦਾ ਹੈ। ਭਾਵੇਂ ਗਿੱਧੇ ਵਿੱਚ ਹਰ ਅਦਾਕਾਰਾ ਨੇ ਆਪ ਹੀ ਬੋਲੀ ਪਾ ਕੇ ਨੱਚਣਾ ਹੁੰਦਾ ਹੈ, ਪਰ ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਕੁਝ ਮੁਟਿਆਰਾਂ ਜਿੱਥੇ ਨੱਚਣ ਵਿੱਚ ਵਿਸ਼ੇਸ਼ ਮੁਹਾਰਤ ਪ੍ਰਾਪਤ ਕਰ ਲੈਂਦੀਆਂ ਹਨ, ਉੱਥੇ ਕੁਝ ਹੋਰ ਬੋਲੀਆਂ ਜੋੜਨ ਵਿੱਚ ਮਾਹਿਰ ਹੁੰਦੀਆਂ ਹਨ। ਬੋਲੀਆਂ ਜੋੜਨ ਜਾਂ ਕੰਠ ਕਰਕੇ ਪਾਉਣ ਵਾਲੀਆਂ ਇਹ ਮੁਟਿਆਰਾਂ ਬਾਕੀਆਂ ਨਾਲੋਂ ਵਧੇਰੇ ਸਾਹਿਤਕ ਪ੍ਰਤਿਭਾ ਵਾਲੀਆਂ ਹੁੰਦੀਆਂ ਹਨ, ਜਿਹੜੀਆਂ ਜੀਵਨ ਦੇ ਵੰਨ-ਸੁਵੰਨੇ ਅਨੁਭਵਾਂ ਨੂੰ ਬੋਲੀਆਂ ਦੇ ਰੂਪ ਵਿੱਚ ਨਾਚ ਝਲਕੀਆਂ ਵਿੱਚ ਸਾਕਾਰ ਕਰਨ ਦੇ ਸਮਰੱਥ ਹੁੰਦੀਆਂ ਹਨ। ਵਧੀਆ ਬੋਲੀਕਾਰ ਉਹੀ ਮੰਨੀ ਜਾਂਦੀ ਹੈ ਜੋ ਗਿਣਤੀ ਵਿੱਚ ਵੱਧ ਆਕਾਰ ਵਿੱਚ ਲੰਬੀਆਂ ਅਤੇ ਨਾਟਕੀ ਟਕਰਾਓ ਵਿੱਚ ਭਰਪੂਰ ਤੋੜੇ ਵਾਲੀਆਂ ਬੋਲੀਆਂ ਜੋੜ ਸਿਰਜ ਸਕਦੀਆਂ ਹੋਣ। ਇਸੇ ਗੱਲ ਨੂੰ ਦਰਸਾਉਂਦੀ ਇੱਕ ਬੋਲੀ ਹੈ, ਆਰੀ 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 ਬੋਲੀਆਂ ਦੀ ਰੇਲ ਭਰਦਾ, ਜਿਹੜੀ ਕਰਦਾ ਇੰਜਣ ਤੋਂ ਭਾਰੀ। ਬੋਲੀਆਂ ਦੀ ਹੱਟ ਭਰਦਾ, ਜਿੱਥੇ ਸੌਦਾ ਦਏ ਵਪਾਰੀ। ਬੋਲੀਆਂ ਦਾ ਖੂਹ ਭਰਦਾ, ਪਾਣੀ ਭਰਦੀ ਝਾਂਜਰਾਂ ਵਾਲੀ। ਬੋਲੀਆਂ ਦੀ ਨਿੰਮ ਭਰਦਾ, ਕੱਤੇ ਚਰਖਾ ਨਸੀਬਾਂ ਵਾਲੀ। ਬੋਲੀਆਂ ਦਾ ਜੱਕਾ ਭਰਦਾ, ਮੂਹਰੇ ਪੁਲ ਬੰਨ੍ਹਦਾ ਸਰਕਾਰੀ। ਤਿਲੀਅਰ ਤੋਤੇ ਨੇ ਛਾਲ ਗਿੱਧੇ ਵਿੱਚ ਮਾਰੀ। ਜਿੱਥੇ ਤੀਆਂ ਦਾ ਗਿੱਧਾ ਸਹੇਲੀਆਂ ਦਾ ਗਿੱਧਾ ਹੁੰਦਾ ਹੈ, ਉੱਥੇ ਵਿਆਹ ਦਾ ਗਿੱਧਾ ਮੇਲਣਾਂ ਦਾ ਗਿੱਧਾ ਕਿਹਾ ਜਾ ਸਕਦਾ ਹੈ। ਤੀਆਂ ਦਾ ਗਿੱਧਾ ਮੋਹ ਮੁਹੱਬਤ ਤੇ ਹੇਰਵੇਂ ਦਾ ਗਿੱਧਾ ਹੁੰਦਾ ਹੈ, ਜਦੋਂ ਕਿ ਵਿਆਹ ਦਾ ਗਿੱਧਾ ਖੁਸ਼ੀ ਭਰੇ ਮਸਤੇਵੇਂ ਤੇ ਖਰੂਦ ਦਾ ਗਿੱਧਾ ਹੁੰਦਾ ਹੈ। ਵਿਆਹ ਦੇ ਗਿੱਧੇ ਵਿੱਚ ਆਮ ਤੌਰ 'ਤੇ ਨਾਨਕੇ ਮੇਲ ਦਾ ਦਾਦਕੇ ਪਿੰਡ ਦੀਆਂ ਕੁੜੀਆਂ ਦੇ ਗਿੱਧੇ ਨਾਲ ਮੁਕਾਬਲਾ ਹੁੰਦਾ ਹੈ। ਵਿਆਹ ਦੇ ਗਿੱਧੇ ਵਿੱਚ ਜਿਹੜੀ ਪਿੜ ਵਿੱਚ ਆਉਣ ਤੋਂ ਝਿਜਕਦੀ ਹੋਵੇ, ਉਸ ਨੂੰ ਬੋਲੀਆਂ ਰਾਹੀਂ ਬਾਬੇ ਦੀ ਰੰਨ ਕਹਿ ਕੇ ਮਿਹਣੇ ਮਾਰੇ ਜਾਂਦੇ ਹਨ। ਸਹੇਲੀਆਂ ਇੱਕ ਦੂਜੀ ਨੂੰ ਗਿੱਧੇ ਲਈ ਪ੍ਰੇਰਦੀਆਂ ਹੋਈਆਂ ਸ਼ੌਂਕ ਦਾ ਗੇੜਾ ਦੇਣ ਲਈ ਤਿਆਰ ਕਰਦੀਆਂ ਹਨ। ਇਹ ਅਗਰ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੋਏਗਾ ਤਾਂ ਤੁਹਾਨੂੰ ਵਧੇਰੇ ਚੰਗੀ ਤਰੀਕੇ ਦੇ ਨਾਲ ਪਤਾ ਹੋਏਗਾ। ਨਾਨਕਿਆਂ ਅਤੇ ਦਾਦਕਿਆਂ ਦੀ ਜਦੋਂ ਚੜ੍ਹਾਈ ਹੁੰਦੀ ਹੈ ਤਾਂ ਫਿਰ ਉਦੋਂ ਜਿਹੜਾ ਰੰਗ ਵੱਜਦਾ ਉਹ ਦੇਖਣ ਵਾਲਾ ਹੁੰਦਾ। ਕੀ ਕਹਿੰਦਾ, ਵਿਆਹ ਦੇ ਗਿੱਧੇ ਦੇ ਦੋ ਹੋਰ ਵਿਸ਼ੇਸ਼ ਲੱਛਣ ਹਨ, ਛੱਜ ਕੁੱਟਣਾ ਅਤੇ ਜਾਗੋ ਕੱਢਣਾ। ਜਾਗੋ ਕੱਢਣਾ ਆਪਾਂ ਸਾਰਿਆਂ ਨੇ ਸੁਣਿਆ ਹੋਇਆ, ਜਾਗੋ ਆਪਣੇ ਸਾਰੇ ਪੰਜਾਬ ਦੇ ਵਿੱਚ ਹੀ ਚੱਲਦੀ ਹੈ, ਪਰ ਛੱਜ ਕੁੱਟਣਾ ਕਿਤੇ ਕਿਤੇ ਹੀ ਰਹਿ ਗਿਆ। ਕਹਿੰਦਾ, ਵਿਆਹ ਦੇ ਗਿੱਧੇ ਵਿੱਚ ਛੱਜ ਕੁੱਟ ਕੇ ਇੱਕ ਪ੍ਰਕਾਰ ਨਾਨਕੇ ਮੇਲ ਨੂੰ ਬਰਾਬਰ ਗਿੱਧਾ ਪਾਉਣ ਲਈ ਵੰਗਾਰਿਆ ਜਾਂਦਾ ਹੈ। ਗਿੱਧੇ ਵਿੱਚ ਛੱਜ ਕੁੱਟਣ ਦੀ ਇਹ ਕਿਰਿਆ ਹੋ ਸਕਦਾ ਹੈ ਕਿਸੇ ਜਾਦੂ ਟੂਣੇ ਨਾਲ ਸੰਬੰਧਿਤ ਰਹੁ ਰੀਤ ਦਾ ਬਚਿਆ ਅੰਸ਼ ਹੋਵੇ। ਹੋ ਸਕਦਾ ਇਹ ਤਾਂ ਵਿਸ਼ਵਾਸ ਹੈ ਥੋੜ੍ਹੇ ਬਹੁਤ, ਜਾਂ ਅੰਦਾਜ਼ੇ ਆ ਲੋਕਾਂ ਦੇ ਕਿ ਇਹ ਸਭ ਕੁਝ ਹੋ ਸਕਦਾ ਹੈ। ਖੰਨਾ ਲੁਧਿਆਣਾ ਵਾਲੀ ਸਾਈਡ ਇਹ ਛੱਜ ਕੁੱਟਣ ਦਾ ਜਿਹੜਾ ਰਿਵਾਜ ਹੈ ਇਹ ਚੱਲਦਾ ਹੈ। ਹੋ ਸਕਦਾ ਆਪਣੇ ਵੀ ਐਸੇ ਇਲਾਕੇ ਦੇ ਵਿੱਚ ਕੁਛ ਇੱਕ ਪਿੰਡਾਂ ਦੇ ਵਿੱਚ ਹੋਵੇ। ਮੁੰਡੇ ਦੇ ਵਿਆਹ ਤੋਂ ਪਹਿਲੀ ਰਾਤ ਨਾਨਕੇ ਮੇਲ ਦੇ ਪਹੁੰਚਣ ਉਪਰੰਤ ਪਿੰਡ ਵਿੱਚ ਜਾਗੋ ਕੱਢੀ ਜਾਂਦੀ ਹੈ, ਜਿਸ ਵਿੱਚ ਨਾਨਕੇ ਤੇ ਦਾਦਕੇ ਘਰ ਦੀਆਂ ਔਰਤਾਂ ਜਲੂਸ ਦੀ ਸ਼ਕਲ ਵਿੱਚ ਗਾਉਂਦੀਆਂ ਹੋਈਆਂ ਪਿੰਡ ਦਾ ਚੱਕਰ ਕੱਢਦੀਆਂ ਹਨ। ਜਾਗੋ ਕੱਢਣ ਲਈ ਪਿੱਤਲ ਦੀ ਵਲਟੋਹੀ ਜਾਂ ਗਾਗਰ ਲੈ ਕੇ ਉਸ ਉੱਤੇ ਆਟੇ ਦੀ ਲੇਈ ਨਾਲ ਇੱਕ ਥਾਲੀ ਜੜ ਲਈ ਜਾਂਦੀ ਹੈ। ਥਾਲੀ ਵਿੱਚ ਦੇਸੀ ਘਿਓ ਦੇ 7 ਜਾਂ 11 ਚਿਰਾਗ ਬਾਲੇ ਜਾਂਦੇ ਹਨ। ਜਾਗੋ ਦਾ ਇਹ ਕਾਫਲਾ ਪਿੰਡ ਦੀਆਂ ਗਲੀਆਂ ਵਿੱਚੋਂ ਖਰੂਦ ਪਾਉਂਦਾ ਹੋਇਆ, ਲੋਕਾਂ ਦੇ ਪਨਾਲੇ ਢਾਉਂਦਾ ਹੋਇਆ ਲੰਘਦਾ ਹੈ। ਵੈਸੇ ਆਹ ਚੀਜ਼ ਹੁਣ ਹੈ ਨਹੀਂ, ਹੁਣ ਤਾਂ ਗਾਗਰ ਵੀ ਜਿਹੜੀ ਆ ਉਹ ਆਪਾਂ ਦੁਕਾਨਾਂ ਤੋਂ ਲਿਆਉਂਦੇ ਹਾਂ, ਸਜੀ ਸਜਾਈ ਹੁੰਦੀ ਹੈ। ਅਤੇ ਹੁਣ ਕਿਸੇ ਦੇ ਪਨਾਲੇ ਜਾਂ ਕੁਛ ਵੀ ਆ ਮੰਜੇ ਵਗੈਰਾ ਤੋੜਨ ਦਾ ਪਹਿਲਾਂ ਹੁੰਦਾ ਸੀਗਾ ਰਿਵਾਜ, ਪਈ ਨਾਨਕੇ ਆ ਗਏ ਬਸ ਇਹਨਾਂ ਤੋਂ ਹੁਣ ਬਚ ਕੇ ਰਹੋ। ਉਹਨਾਂ ਨੇ ਚੁੱਲ੍ਹੇ ਢਾਹ ਦੇਣੇ ਲੋਕਾਂ ਦੇ, ਹੁਣ ਚੁੱਲ੍ਹੇ ਵੀ ਹੈ ਨਹੀਂ, ਮੰਜੇ ਤੋੜ ਜਾਂਦੇ ਹੁੰਦੇ ਸੀਗੇ। ਹੁਣ ਸਾਡੇ ਵਿੱਚ ਇੰਨੀ ਸਹਿਣ ਸ਼ਕਤੀ ਨਹੀਂ ਹੈਗੀ ਕਿ ਕੋਈ ਐਵੇਂ ਸਾਡੇ ਕਰ ਜਾਵੇ ਤਾਂ ਅਸੀਂ ਬੋਲੀਏ ਨਾ, ਇਸ ਕਰਕੇ ਇਹ ਸਭ ਕੁਛ ਲਗਭਗ ਖਤਮ ਹੈ। ਜਿਹੜਾ ਮਰਦ ਔਰਤ ਰਸਤੇ ਵਿੱਚ ਮਿਲਦਾ ਹੈ, ਉਸਨੂੰ ਗੀਤਾਂ ਬੋਲੀਆਂ ਰਾਹੀਂ ਮਖੌਲ ਕੀਤਾ ਜਾਂਦਾ ਹੈ ਅਤੇ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਅਜਿਹੇ ਮੌਕੇ ਇਹ ਹਾਸਾ ਠੱਠਾ ਪਿੰਡ ਦੇ ਭਾਈਚਾਰੇ ਵੱਲੋਂ ਪ੍ਰਵਾਨਿਤ ਸਮਝਿਆ ਜਾਂਦਾ ਹੈ। ਅੱਗੇ ਜਾਗੋ ਨਾਲ ਸੰਬੰਧਿਤ ਗੀਤ ਹੈ ਜੋ ਅਸੀਂ ਸਾਰਿਆਂ ਨੇ ਸੁਣਿਆ ਹੋਇਆ। ਰਣਕਾ ਜੋਰੂ ਨੂੰ ਜਗਾ ਲੈਵੇ, ਹੁਣ ਜਾਗੋ ਆਈ ਆ। ਚੁੱਪ ਕਰ ਬੀਬੀ ਮਸਾਂ ਸੁਲਾਈ ਆ, ਲੋਰੀ ਦੇ ਕੇ ਪਾਈ ਆਵੇ। ਰਿਹਾੜ ਕਰੂਗੀ ਜੋਰੂ ਨੂੰ ਜਗਾ ਲੈਵੇ, ਹੁਣ ਜਾਗੋ ਆਈ ਆ। ਆਉਂਦੀ ਏ ਕੁੜੀਏ ਜਾਂਦੀ ਏ ਕੁੜੀਏ, ਚੱਕ ਲਿਆ ਬਾਜ਼ਾਰ ਵਿੱਚੋਂ ਛੈਣੇ। ਇੱਥੋਂ ਦੇ ਸ਼ਕੀਨ ਗੱਭਰੂ, ਚਿੱਟੇ ਚਾਦਰੇ ਜ਼ਮੀਨਾਂ ਗਹਿਣੇ। ਜਿਉਂ ਹੀ ਜਾਗੋ ਦੇ ਇਸ ਇਕੱਠ ਦਾ ਵਿਆਹ ਵਾਲੇ ਘਰ ਦੇ ਵਿਹੜੇ ਵਿੱਚ ਮੁੜ ਪ੍ਰਵੇਸ਼ ਹੁੰਦਾ ਹੈ, ਇਹ ਇਕੱਠ ਇੱਕ ਗਿੱਧੇ ਦੇ ਪਿੜ ਵਿੱਚ ਵਟ ਜਾਂਦਾ ਹੈ। ਅਤੇ ਹੁਣ ਵਧੇਰੇ ਕਰਕੇ ਗਿੱਧੇ ਦਾ ਪਿੜ ਨਹੀਂ ਬਣਦਾ, ਹੁਣ ਭੰਗੜੇ ਦਾ ਪਿੜ ਜ਼ਰੂਰ ਬਣ ਜਾਂਦਾ, ਉਹ ਵੀ ਭਾਰੀ ਭਾਰੀ ਪੰਜਾਬੀ ਗਾਣਿਆਂ ਦੇ ਉੱਤੇ, ਡੈਕ ਡੀਜਿਆਂ ਦੇ ਨਾਲ, ਪੂਫਰ ਦੇ ਨਾਲ। ਇਹੀ ਅਗਰ ਅਸੀਂ ਮਾਲਵੇ ਦੇ ਵਿੱਚ ਜਾ ਕੇ ਦੇਖੀਏ ਤਾਂ ਉੱਥੇ ਗਿੱਧੇ ਦਾ ਹੀ ਪਿੜ ਲੱਗਦਾ ਅਤੇ ਮਲਵੈਣਾਂ ਜਿਹੜੀਆਂ ਉਹ ਰੱਜ ਕੇ ਗਿੱਧਾ ਪਾਉਂਦੀਆਂ। ਜਿਉਂ-ਜਿਉਂ ਗਿੱਧਾ ਆਰੰਭ ਤੋਂ ਸਿਖਰ ਵੱਲ ਵੱਧਦਾ ਜਾਂਦਾ ਹੈ, ਇਸ ਦੀ ਗਤੀ ਤੇਜ਼ ਅਤੇ
ਬੋਲੀ ਕਰਾਰੀ ਹੁੰਦੀ ਜਾਂਦੀ ਹੈ। ਸਿਖਰ ਉੱਤੇ ਪੁੱਜੇ ਗਿੱਧੇ ਨੂੰ ਫੜੂਹਾ ਕਿਹਾ ਜਾਂਦਾ ਹੈ। ਫੜੂਹਾ ਗਿੱਧੇ ਦੀਆਂ ਉਹ ਨਾਚ ਅਦਾਵਾਂ ਹਨ ਜਿਨ੍ਹਾਂ ਵਿੱਚ ਗਿੱਧਾ ਕਾਮਕ ਰੰਗ ਅਖਤਿਆਰ ਕਰ ਜਾਂਦਾ ਹੈ। ਅਦਾਕਾਰਾਂ ਮੂੰਹ ਰਾਹੀਂ ਸੀਟੀਆਂ ਮਾਰਦੀਆਂ ਹੋਈਆਂ ਫੂੰ ਫੂੰ ਦੀ ਆਵਾਜ਼ ਕੱਢਦੀਆਂ ਹਨ। ਗਿੱਧੇ ਦਾ ਇੱਕ ਮਹੱਤਵਪੂਰਨ ਪੱਖ ਇਸ ਵਿੱਚ ਧਾਰੇ ਜਾਣ ਵਾਲੇ ਸਾਂਗ ਜਾਂ ਤਮਾਸ਼ੇ ਹਨ। ਸਿਖਰ ਉੱਤੇ ਪੁੱਜ ਕੇ ਗਿੱਧੇ ਦਾ ਪਿੜ ਜਦੋਂ ਪੂਰੀ ਸਰੀਰਕ ਤਪਸ਼ ਨਾਲ ਮਘ ਰਿਹਾ ਹੁੰਦਾ ਹੈ ਤਾਂ ਕੁਝ ਹਾਸੇ ਵਾਲੀਆਂ ਜਾਂ ਕਾਮੁਕ ਮੁਦਰਾਵਾਂ ਵਾਲੀਆਂ ਨਾਚ ਮੁਦਰਾਵਾਂ ਧਾਰਨ ਕੀਤੀਆਂ ਜਾਂਦੀਆਂ ਹਨ। ਉਸ ਸਮੇਂ ਲੰਮੀ ਜਾਂ ਨਿੱਕੀ ਬੋਲੀ ਦੀ ਥਾਵੇਂ ਇੱਕ ਇੱਕ ਸਤਰੇ ਕੁਝ ਬੋਲ ਦੁਹਰਾਓਬੱਧ ਰੂਪ ਵਿੱਚ ਬੋਲੇ ਜਾਂ ਗਾਏ ਜਾਂਦੇ ਹਨ। ਇਹਨਾਂ ਨੂੰ ਅਸੀਂ ਬੋਲੀਆਂ ਨਾਲੋਂ ਤਮਾਸ਼ੇ ਦੇ ਬੋਲ ਕਹਿਣਾ ਵਧੇਰੇ ਉਚਿਤ ਸਮਝਦੇ ਹਾਂ। ਇਹ ਤੁਸੀਂ ਯੂਥ ਫੈਸਟੀਵਲ ਦੇ ਵਿੱਚ ਭਾਗ ਲੈਂਦੇ ਹੋ ਤਾਂ ਜ਼ਰੂਰ ਦੇਖਿਆ ਹੋਏਗਾ, ਜਾਂ ਤੁਸੀਂ ਯੂਥ ਫੈਸਟੀਵਲ ਦੇਖਣ ਜਾਂਦੇ ਹੋ ਤਾਂ ਜ਼ਰੂਰ ਦੇਖਿਆ ਹੋਏਗਾ ਕਿ ਜਦੋਂ ਸਟੇਜ ਦੇ ਉੱਤੇ ਗਿੱਧਾ ਪੈਂਦਾ ਹੈ ਤਾਂ ਇੱਕ ਤਮਾਸ਼ਾ ਜਾਂ ਸਾਂਗ ਜਾਂ ਅਸੀਂ ਡਰਾਮਾ ਕਹਿ ਦਿੰਦੇ ਹਾਂ, ਉਹ ਜ਼ਰੂਰ ਗਿੱਧੇ ਦੇ ਵਿੱਚ ਕੀਤਾ ਜਾਂਦਾ ਹੈ। ਗਿੱਧਾ ਨਾਚ ਅਸਲ ਵਿੱਚ ਅੱਡੀ ਦੀ ਧਮਕ ਅਤੇ ਤਾੜੀ ਦਾ ਨਾਚ ਹੈ। ਵਧੀਆ ਗਿੱਧਾ ਉਸੇ ਨੂੰ ਮੰਨਿਆ ਜਾਂਦਾ ਹੈ ਜੋ ਪੂਰੇ ਸਰੀਰਕ ਵੇਗ ਨਾਲ ਤੇਜ਼ ਗਤੀ ਵਿੱਚ ਧਰਤੀ ਧਮਕਾ ਕੇ ਨੱਚਿਆ ਜਾਵੇ। ਇਸੇ ਲਈ ਧਰਤੀ ਧਮਕਾਉਣਾ, ਧਮੱਚੀ ਪੱਟਣਾ, ਭੁਚਾਲ ਲਿਆਉਣਾ, ਨਾਚ ਲਲਕਾਰੇ ਮਾਰ ਕੇ ਖਰੂਦ ਪਾਉਣਾ ਆਦਿ ਚੰਗੇ ਗਿੱਧੇ ਦੇ ਲੱਛਣ ਮੰਨੇ ਜਾਂਦੇ ਹਨ। ਸੋ ਜਿੱਥੇ ਸਰੀਰ ਦੀ ਲਚਕ ਤੇ ਬੋਲੀ ਅਨੁਸਾਰ ਢੁਕਵੀਆਂ ਤੇ ਕਲਾਤਮਕ ਨਾਚ ਅਦਾਵਾਂ ਜ਼ਰੂਰੀ ਹਨ, ਉੱਥੇ ਇਸ ਸਭ ਕੁਝ ਨੂੰ ਇੱਕ ਵੇਗਮਤੀ ਚਾਲ ਵਿੱਚ ਢਾਲਣਾ ਜ਼ਰੂਰੀ ਸਮਝਿਆ ਜਾਂਦਾ ਹੈ। ਗਿੱਧੇ ਵਿੱਚ ਪੰਜਾਬਣ ਦੀ ਅੱਡੀ ਦਾ ਧਰਤੀ ਨਾਲ ਇੱਕ ਖਾਸ ਰਿਸ਼ਤਾ ਉਗੜਦਾ ਹੈ। ਇਹਦੇ ਨਾਲ ਸੰਬੰਧਿਤ ਕੁਝ ਬੋਲੀਆਂ। ਅੱਡੀ ਮਾਰ ਕੇ ਨੱਚੀ ਜਦ ਬੰਤੋ ਪਿੰਡ 'ਚ ਭੁਚਾਲ ਆ ਗਿਆ, ਜੇ ਮੁੰਡਿਆ ਮੈਨੂੰ ਨੱਚਦੀ ਦੇਖਣਾ, ਬਾਂਕਾਂ ਲਿਆ ਦੇ ਭੈਣ ਦੀਆਂ, ਅੱਡੀ ਵੱਜੇ ਤੇ ਧਮਕਾਂ ਪੈਣਗੀਆਂ, ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ, ਗਿੱਧਿਆਂ 'ਚ ਪੌਣ ਭੜਥੂ, ਨੱਚਾਂ ਮੈਂ ਲੁਧਿਆਣੇ, ਮੇਰੀ ਧਮਕ ਜਲੰਧਰ ਪੈਂਦੀ। ਗਿੱਧਾ ਨਾਚ ਵਿੱਚ ਅਦਾਕਾਰਾਂ ਦਾ ਸਮੁੱਚਾ ਬਦਨ ਹੀ ਨਾਚ ਅਦਾਵਾਂ ਲਈ ਮਾਧਿਅਮ ਬਣਨ ਦੇ ਸਮਰੱਥ ਹੁੰਦਾ ਹੈ, ਪਰ ਇਸ ਨਾਚ ਵਿੱਚ ਪ੍ਰਮੁੱਖ ਬਲ ਪੱਟ, ਲੱਕ, ਅੱਡੀ ਤੇ ਕਲਾਈ ਦੀਆਂ ਮੁਦਰਾਵਾਂ ਉੱਤੇ ਹੁੰਦਾ ਹੈ। ਇਹ ਨਾਚ ਭਰਵੇਂ ਪਰ ਲਚਕੀਲੇ ਜਿਸਮ ਨਾਲ ਹੀ ਨੱਚਿਆ ਜਾ ਸਕਦਾ ਹੈ। ਲੱਕ ਦੇ ਹੁਲਾਰੇ ਅਤੇ ਹੱਥਾਂ ਦੇ ਇਸ਼ਾਰੇ ਨਾਲ ਇਸ ਨਾਚ ਦੀਆਂ ਬੁਨਿਆਦੀ ਮੁਦਰਾਵਾਂ ਸਾਕਾਰ ਕੀਤੀਆਂ ਜਾਂਦੀਆਂ ਹਨ। ਗਿੱਧੇ ਦੀਆਂ ਬਹੁਤੀਆਂ ਨਾਚ ਅਦਾਵਾਂ ਸਰੀਰਕ ਅੰਗਾਂ ਦੇ ਸਥੂਲ ਪਰ ਢੁਕਵੇਂ ਪ੍ਰਗਟਾਵੇ ਨਾਲ ਸੰਬੰਧਿਤ ਹਨ। ਇਸ ਵਿੱਚ ਚਿਹਰੇ ਦੇ ਹਾਵ ਭਾਵ ਤੇ ਅੱਖ ਦੀਆਂ ਸੂਖਮ ਰਮਜ਼ਾਂ ਦੀ ਬਹੁਤ ਘੱਟ ਵਰਤੋਂ ਹੁੰਦੀ ਹੈ। ਗਿੱਧਾ ਨਾਚ ਵਿੱਚ ਮੁੱਖ ਬਲ ਅੰਗਾਂ ਦੇ ਵੇਗਮੱਤੇ ਪ੍ਰਗਟਾਵੇ ਉੱਤੇ ਹੈ, ਸੂਖਮ ਅੰਗ ਲਹਿਰੀਆਂ ਉੱਤੇ ਨਹੀਂ ਹੈ। ਇਸੇ ਲਈ ਇਸ ਨਾਚ ਵਿੱਚ ਸਰੀਰਕ ਬਲ, ਸ਼ਕਤੀ ਅਤੇ ਲੰਮੇ ਦਮ ਦੀ ਲੋੜ ਹੁੰਦੀ ਹੈ। ਗਿੱਧਾ ਪਾਉਣ ਲਈ ਕਮਾਇਆ ਹੋਇਆ ਛਾਂਟਵਾਂ ਬਦਨ ਲੋੜੀਂਦਾ ਹੈ। ਗਿੱਧੇ ਦੇ ਇਹ ਬੁਨਿਆਦੀ ਲੱਛਣ ਭੰਗੜੇ ਨਾਲ ਸਾਂਝੇ ਹਨ। ਇੱਥੇ ਬੋਲ ਹੈ। ਨਿੱਕੀ ਹੁੰਦੀ ਮੈਂ ਰਹੀ ਨਾਨਕੇ, ਖਾਂਦੀ ਦੁੱਧ ਮਲਾਈਆਂ, ਤੁਰਦੀ ਦਾ ਲੱਕ ਝੂਟੇ ਖਾਂਦਾ, ਪੈਰੀਂ ਝਾਂਜਰਾਂ ਪਾਈਆਂ, ਗਿੱਧਿਆਂ 'ਚ ਨੱਚਦੀ ਦਾ ਦੇਵੇ ਰੂਪ ਦਿਖਾਈਆਂ। ਗਿੱਧੇ ਦੇ ਇਸ ਪਿੜ ਵਿੱਚ ਇਸ ਸਭ ਕੁਝ ਨੂੰ ਸਮੂਹ ਨਾਲ ਸਾਂਝਿਆਂ ਕਰਕੇ ਮਨ ਹੌਲੇ ਕੀਤੇ ਜਾਂਦੇ ਹਨ। ਸੋ ਵਿਅਕਤੀ ਅਤੇ ਸਮੂਹ ਦੇ ਇੱਕ ਭਾਵਕ ਧਰਾਤਲ ਉੱਤੇ ਮਿਲਣ ਦਾ ਬਿੰਦੂ ਹੈ ਗਿੱਧੇ ਦਾ ਪਿੜ। ਇਸੇ ਕਰਕੇ ਗਿੱਧੇ ਦੇ ਪਿੜ ਵਿਚਲੀਆਂ ਅਨੇਕਾਂ ਬੋਲੀਆਂ ਵਿੱਚ ਜੀਵਨ ਦੀ ਖੈਰ ਅਤੇ ਸੁੱਖ ਸ਼ਾਂਤੀ ਮੰਗੀ ਜਾਂਦੀ ਹੈ। ਗਿੱਧੇ ਦੇ ਇਹਨਾਂ ਬੋਲਾਂ ਵਿੱਚ ਕਾਮਨਾ ਕੀਤੀ ਜਾਂਦੀ ਹੈ ਕਿ ਪਰਿਵਾਰ ਦੀ ਵੇਲ ਵੱਧਦੀ ਰਹੇ, ਵੀਰਾਂ ਘਰੀਂ ਪੁੱਤ ਜੰਮਦੇ ਰਹਿਣ, ਬਾਪੂ ਮੱਝੀਆਂ ਦੇ ਸੰਗਲ ਅਗਲੀਆਂ ਪੀੜ੍ਹੀਆਂ ਨੂੰ ਸੌਂਪਦੇ ਜਾਣ, ਖੂਹ ਵਗਦੇ ਰਹਿਣ, ਜੋਗੀ ਰਮਤੇ ਰਹਿਣ, ਨਗਰ ਵਸਦੇ ਰਹਿਣ, ਜੀਵਨ ਦਾ ਰੱਥ ਚੱਲਦਾ ਰਹੇ। ਇਹ ਸਾਡੇ ਪੰਜਾਬੀ ਲੋਕਾਂ ਦੀ ਇੱਕ ਅੱਛੀ ਗੱਲ ਹੈ ਕਿ ਉਹ ਸਾਰਿਆਂ ਦੀ ਸੁੱਖ ਦੇ ਲਈ ਭਾਵੇਂ ਉਹ ਅਰਦਾਸ ਕਰਨ, ਭਾਵੇਂ ਉਹ ਬੋਲੀਆਂ ਜਾਂ ਕੋਈ ਵੀ ਲੋਕ ਗੀਤ ਗਾਣ, ਸਾਰਿਆਂ ਦੀ ਸੁੱਖ ਦੇ ਲਈ ਉਹ ਬੋਲਦੇ ਹੈ। ਅਤੇ ਇਹ ਗੁਣ ਪੰਜਾਬੀਆਂ ਦਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਸਾਰਿਆਂ ਦੇ ਲਈ ਕੁਛ ਚੰਗਾ ਸੋਚਣ। ਆਪਣੇ ਲਈ ਤਾਂ ਹਰ ਕੋਈ ਸੋਚ ਲੈਂਦਾ। ਅੱਗੇ ਕੀ ਕਹਿੰਦਾ, ਗਿੱਧਾ ਨਾਚ ਦੀ ਪ੍ਰਮੁੱਖ ਨਾਚ ਅਦਾ ਹੈ ਅੱਡੀ ਮਾਰ ਕੇ ਧਰਤੀ ਧਮਕਾਉਣਾ ਅਤੇ ਤਾੜੀ ਮਾਰ ਕੇ ਨੱਚਣਾ। ਧਰਤੀ ਨੂੰ ਅੱਡੀ ਤੇ ਪੰਜੇ ਨਾਲ ਠਕੋਰਨਾ ਧਰਤੀ ਮਾਤਾ ਨੂੰ ਜਗਾਉਣ, ਰਿਝਾਉਣ ਦੀ ਕਿਰਿਆ ਦਾ ਸੰਕੇਤ ਹੈ। ਗਿੱਧੇ ਵਿੱਚ ਬੋਲੀ ਪਾ ਕੇ ਜਦੋਂ ਨਾਚ ਮੁਦਰਾਵਾਂ ਸ਼ੁਰੂ ਹੁੰਦੀਆਂ ਹਨ ਤਾਂ ਸਭ ਤੋਂ ਪਹਿਲਾਂ ਸੱਜੇ ਪਾਸੇ ਝੁਕੇ ਹੱਥਾਂ ਨੂੰ ਧਰਤੀ ਨਾਲ ਲਿਆ ਕੇ ਤਾੜੀ ਮਾਰੀ ਜਾਂਦੀ ਹੈ। ਇਹ ਸਪਸ਼ਟ ਤੌਰ 'ਤੇ ਧਰਤੀ ਨੂੰ ਨਮਸਕਾਰਨ ਦੀ ਕਿਰਿਆ ਹੈ। ਗਿੱਧਾ ਨਾਚ ਦੀ ਪੇਸ਼ਕਾਰੀ ਨੂੰ ਜੇ ਜ਼ਰਾ ਡੂੰਘੀ ਨਜ਼ਰੇ ਘੋਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਸ ਵਿਚਲੀਆਂ ਬਹੁਤੀਆਂ ਨਾਚ ਅਦਾਵਾਂ ਸਪਸ਼ਟ ਜਾਂ ਸੰਕੇਤ ਰੂਪ ਵਿੱਚ ਧਰਤੀ ਵੱਲ ਮੁਖਾਤਬ ਹਨ। ਇਹਨਾਂ ਕੁਝ ਨਾਚ ਰੂੜੀਆਂ ਦੇ ਆਧਾਰ 'ਤੇ ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਗਿੱਧਾ ਨਾਚ ਦਾ ਨਿਕਾਸ ਧਰਤੀ ਮਾਤਾ ਦੀ ਪੂਜਾ ਨਾਲ
ਜੁੜੀਆਂ ਰੋਹ ਰੀਤਾਂ ਤੋਂ ਹੋਇਆ ਹੋਵੇਗਾ। ਅਸਲ ਦੇ ਵਿੱਚ ਤਾਂ ਜਿੰਨੀਆਂ ਵੀ ਲੋਕ ਕਹਾਣੀਆਂ ਹੈ, ਲੋਕ ਗੀਤ ਹੈ ਜਾਂ ਕੋਈ ਵੀ ਮੁਹਾਵਰੇ ਵਗੈਰਾ ਵੀ ਅਗਰ ਆਪਾਂ ਦੇਖ ਲਈਏ ਤਾਂ ਸਾਨੂੰ ਅਸਲ ਦੇ ਵਿੱਚ ਕਿੱਥੋਂ ਸ਼ੁਰੂ ਹੋਏ, ਕੀ ਸੀਗਾ ਇਹਨਾਂ ਦੇ ਪਿੱਛੇ, ਉਹ ਪੂਰੀ ਜਾਣਕਾਰੀ ਨਹੀਂ ਹੈ, ਕਿਉਂਕਿ ਇਹਦੇ ਨਾਲ ਸੰਬੰਧਿਤ ਕੋਈ ਵੀ ਸਾਨੂੰ ਲਿਖਤੀ ਰੂਪ ਦੇ ਵਿੱਚ ਕੋਈ ਪ੍ਰਮਾਣ ਮਿਲਦੇ ਨਹੀਂ ਹੈ। ਇਹ ਤਾਂ ਬਸ ਪੀੜ੍ਹੀ ਦਰ ਪੀੜ੍ਹੀ ਅੱਗੇ ਵਧੇ ਆ ਮੌਖਿਕ ਰੂਪ ਦੇ ਵਿੱਚ, ਇਸ ਕਰਕੇ ਇਹ ਅੰਦਾਜ਼ੇ ਹੀ ਹੈ। ਜਾਪਦਾ ਹੈ ਕਿ ਪ੍ਰਾਚੀਨ ਕਾਲ ਵਿੱਚ ਜਦੋਂ ਧਰਤੀ ਨੂੰ ਉਪਜਾਇਕਤਾ ਦੀ ਦੇਵੀ ਮੰਨ ਕੇ ਜੋ ਰੋਹ ਰੀਤਾਂ ਅਤੇ ਪੂਜਾ ਵਿਧੀਆਂ ਨਿਭਾਈਆਂ ਜਾਂਦੀਆਂ ਹੋਣਗੀਆਂ, ਉਹਨਾਂ ਵਿੱਚ ਔਰਤਾਂ ਵੱਲੋਂ ਦੇਵੀ ਨਾਚ ਵਜੋਂ ਜੋ ਨਾਚ ਨੱਚਿਆ ਜਾਂਦਾ ਹੋਵੇਗਾ, ਉਹੀ ਗਿੱਧਾ ਨਾਚ ਦਾ ਨਿਕਾਸ ਸਰੋਤ ਬਣਿਆ ਹੋਵੇਗਾ। ਸਦੀਆਂ ਲੰਮੀ ਸੱਭਿਆਚਾਰਕ ਯਾਤਰਾ ਦੇ ਦੌਰਾਨ ਇਹ ਨਾਚ ਲੌਕਿਕ ਰੰਗ ਅਖਤਿਆਰ ਕਰਦਾ ਗਿਆ ਹੋਵੇਗਾ। ਹੌਲੀ ਹੌਲੀ ਇਹ ਨਾਚ ਜੀਵਨ ਦੀਆਂ ਨਵੀਆਂ ਲੋੜਾਂ ਅਨੁਸਾਰ ਰੂਪਾਂਤਰਿਤ ਹੁੰਦਾ ਹੋਇਆ ਇਸ ਖੇਤਰ ਵਿੱਚ ਲੋਕ ਮਨੋਰੰਜਨ ਦੇ ਇੱਕ ਸਮਰੱਥ ਮਾਧਿਅਮ ਵਜੋਂ ਸਾਹਮਣੇ ਆਇਆ ਹੋਵੇਗਾ। ਲੋਕ ਮਨੋਰੰਜਨ ਦਾ ਅੰਗ ਬਣਨ ਕਰਕੇ ਗਿੱਧਾ ਨਾਚ ਵਿਆਹ ਅਤੇ ਮੁੰਡਾ ਜੰਮਣ ਦੀ ਖੁਸ਼ੀ ਦੇ ਮੌਕਿਆਂ ਨਾਲ ਵੀ ਜੁੜ ਗਿਆ ਹੋਵੇਗਾ, ਕਿਉਂਕਿ ਇਹ ਦੋਵੇਂ ਕਾਰਜ ਔਰਤ ਮਰਦ ਦੀ ਜਣਨ ਕਿਰਿਆ ਨੂੰ ਮਿਲਣ ਵਾਲੀ ਸਮਾਜਿਕ ਪ੍ਰਵਾਨਗੀ ਅਤੇ ਉਸਦੇ ਜਸ਼ਨ ਨਾਲ ਹੀ ਸੰਬੰਧਿਤ ਹਨ। ਉਪਜਾਇਕਤਾ ਦੀ ਦੇਵੀ ਵਜੋਂ ਧਰਤੀ ਦੀ ਪੂਜਾ ਦਾ ਸੰਕਲਪ ਪਸ਼ੂ ਪਾਲ ਜਾਂ ਖੇਤੀ ਕੇਂਦਰਿਤ ਅਰਥ ਵਿਵਸਥਾ ਦੀ ਦੇਣ ਹੈ। ਇਹ ਉਹ ਦੌਰ ਹੈ ਜਦੋਂ ਤੁਰਦੇ ਫਿਰਦੇ ਕਬਾਇਲੀ ਸੰਗਠਨ ਵਿਸ਼ੇਸ਼ ਪ੍ਰਕਾਰ ਦੇ ਭੋਏ ਟੋਟਿਆਂ ਨਾਲ ਸੰਬੰਧਿਤ ਹੋ ਕੇ ਵਿਸ਼ੇਸ਼ ਭੂਗੋਲਿਕ ਖਿੱਤਿਆਂ ਵਿੱਚ ਸਥਾਪਿਤ ਹੁੰਦੇ ਗਏ ਹਨ। ਇਸ ਤਰ੍ਹਾਂ ਇੱਕ ਲੋਕ ਨਾਚ ਵਜੋਂ ਗਿੱਧਾ ਮੂਲ ਰੂਪ ਵਿੱਚ ਕਿਰਸਾਣੀ ਸੰਸਕ੍ਰਿਤੀ ਦਾ ਨਾਚ ਹੈ। ਇਹ ਸੀ ਨਾਹਰ ਸਿੰਘ ਦਾ ਲਿਖਿਆ ਲੇਖ, ਅਤੇ ਇਹ ਤਾਂ ਕਿਤਾਬਾਂ ਵਿੱਚ ਪੜ੍ਹਿਆ ਹੀ ਪਤਾ ਲੱਗਦਾ ਹੈ ਕਿ ਲੋਕਾਂ ਦੀ ਕੀ ਸੋਚ ਹੈ ਜਾਂ ਵਿਦਵਾਨਾਂ ਨੇ ਕੀ ਸੋਚਿਆ ਕਿ ਕਿੱਥੋਂ ਪੈਦਾ ਹੋਇਆ, ਧਰਤੀ ਮਾਤਾ ਦੀ ਪੂਜਾ ਦੇ ਨਾਲ ਕਿਸ ਤਰੀਕੇ ਦੇ ਨਾਲ ਜੋੜ ਲਿਆ। ਪਰ ਆਮ ਸਾਡੇ ਪਿੰਡਾਂ ਦੇ ਲੋਕਾਂ ਨੂੰ ਇਹ ਸਾਰਾ ਕੁਛ ਗਿਆਨ ਨਹੀਂ ਹੈ ਕਿ ਧਰਤੀ ਮਾਤਾ ਦੀ ਪੂਜਾ ਦਾ ਹੋਊਗਾ, ਜਾਂ ਉਹਨਾਂ ਨੂੰ ਸੋਚਣ ਦਾ ਇਹਦੇ ਨਾਲ ਕੋਈ ਮਤਲਬ ਵੀ ਹੈ ਨਹੀਂ। ਬਸ ਉਹਨਾਂ ਨੇ ਤਾਂ ਆਪਣੇ ਮਨ ਦੇ ਜਿਹੜੇ ਭਾਵ ਹੈ ਉਹਨਾਂ ਨੂੰ ਵਿਅਕਤ ਕਰਨਾ ਹੁੰਦਾ, ਆਪਣੇ ਮਨ ਦੇ ਚਾਅ ਪੂਰੇ ਕਰਨੇ ਹੁੰਦੇ ਆ, ਇਸ ਕਰਕੇ ਵਿਆਹਾਂ ਜਾਂ ਹੋਰ ਖੁਸ਼ੀ ਦੇ ਮੌਕਿਆਂ ਦੇ ਉੱਤੇ ਉਹ ਗਿੱਧਾ ਪਾ ਲੈਂਦੇ ਆ। ਇਸ ਲੇਖ ਦੇ ਪਹਿਲੇ ਭਾਗ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ, ਤੁਸੀਂ ਉੱਥੇ ਜਾ ਕੇ ਉਹਨੂੰ ਸੁਣ ਸਕਦੇ ਹੋ। ਅਗਰ ਇਹ ਵੀਡੀਓ ਕਿਸੇ ਵੀ ਤਰ੍ਹਾਂ ਤੁਹਾਡੇ ਲਈ ਲਾਹੇਵੰਦ ਹੋਵੇ ਤਾਂ ਇਸ ਨੂੰ ਜ਼ਰੂਰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।